ਧੰਨ ਵਾਹਿਗੁਰੂ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਧੰਨ ਵਾਹਿਗੁਰੂ ਜੀ। ਇੱਕ ਓੰਕਾਰ, ਸਤਿ ਗੁਰ ਪ੍ਰਸਾਦਿ। ਗੌੜੀ ਬੈਰਾਗਣ ਰਵਿਦਾਸ ਜੀਓ, ਘਟ ਅਵ ਘਟ ਡੂੰਗਰ ਘਣਾ, ਇਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਘਟ ਅਵ ਘਟ ਡੂੰਗਰ ਘਣਾ, ਇਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ। ਹਉ ਬਨਜਾਰੋ ਰਾਮ ਕੋ, ਸਹਜ ਕਰਉ ਵਿਆਪਾਰ। ਮੈਂ ਰਾਮ ਨਾਮ ਧਨ ਲਾਦਿਆ, ਬਿਖ ਲਾਦੀ ਸੰਸਾਰ। ਪੁਰਵਾਰ ਪਾਰ ਕੇ ਦਾਨੀਆਂ, ਲਿਖ ਲੇਹੋ ਆਲ ਪਤਾਲ। ਮੋਹ ਜਮ ਡੰਡ ਨ ਲਾਗਈ, ਤਜੀ ਲੈ ਸਰਬ ਜੰਜਾਲ। ਜੈਸਾ ਰੰਗ ਕੁਸੁੰਭ ਕਾ, ਤੈਸਾ ਇਹੋ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ, ਕਹੋ ਰਵਿਦਾਸ ਚਮਾਰ। ਜੈਸਾ ਰੰਗ ਕੁਸੁੰਭ ਕਾ, ਤੈਸਾ ਇਹੋ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ, ਕਹੋ ਰਵਿਦਾਸ ਚਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਦੀ ਮੁਬਾਰਕ ਬਾਣੀ ਦੇ ਪਾਠ ਅਤੇ ਕੀਰਤਨ ਰਾਹੀਂ ਗੁਰੂ ਉਪਦੇਸ਼ ਨਾਲ ਸਾਂਝ ਬਣਾ ਕੇ ਆਪ ਜੀ ਗੁਰੂ ਦਰ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਹੋ। ਬਾਬਾ ਰਵਿਦਾਸ ਸਾਹਿਬ ਜੀ ਦੀ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਸਤਿਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਆਪਾਂ ਜੋ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ।
ਗੌੜੀ ਰਾਗ ਦੇ ਵਿੱਚ ਬਾਬਾ ਰਵਿਦਾਸ ਸਾਹਿਬ ਜੀ ਦਾ ਇਹ ਤੀਸਰਾ ਸ਼ਬਦ ਹੈ, ਜਿਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਗੌੜੀ ਰਾਗ ਵਿੱਚ ਕੁੱਲ 5 ਪਦੇ ਹਨ। ਪਹਿਲੇ 2 ਪਦੇ ਆਪਾਂ ਪਿਛਲੇ ਦੀਵਾਨਾਂ ਵਿੱਚ ਵਿਚਾਰੇ ਨੇ, ਜਿਨ੍ਹਾਂ ਦਾ ਸਿਰਲੇਖ ਗੌੜੀ ਗੁਆਰੇਰੀ ਹੈ। ਗੁਆਰੇਰੀ ਗੌੜੀ ਦੀ ਇੱਕ ਕਿਸਮ ਹੈ, ਤੇ ਜਿਸ ਸ਼ਬਦ ਦਾ ਪਾਠ ਆਪਾਂ ਹੁਣ ਸਾਂਝਾ ਕੀਤਾ ਹੈ, ਇਸ ਦਾ ਸਿਰਲੇਖ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੰਖੇਪ ਮੰਗਲਾਚਰਨ ਸਤਿਗੁਰੂ ਜੀ ਨੇ ਦਰਜ ਕੀਤਾ ਹੈ। ਪਰਮੇਸ਼ਰ ਅਕਾਲ ਪੁਰਖ ਸਿਰਜਕ ਸੱਤਾ ਇੱਕ ਹੈ, ਉਹ ਸਾਰੀ ਕੁਦਰਤ ਵਿੱਚ ਵਿਆਪਕ ਹੈ, ਸਦੀਵ ਕਾਲ ਕਾਇਮ ਰਹਿਣ ਵਾਲੀ ਹੈ। ਗੁਰੂ ਦੀ ਮਿਹਰ, ਗੁਰੂ ਦੇ ਪ੍ਰਸਾਦ ਉਸ ਪਰਮੇਸ਼ਰ ਅਕਾਲ ਪੁਰਖ ਦੀ ਸੋਝੀ ਜੀਵ ਨੂੰ ਹੁੰਦੀ ਹੈ। ਸ਼ਬਦ ਦਾ ਸਿਰਲੇਖ ਹੈ ਗੌੜੀ ਬੈਰਾਗਣ ਰਵਿਦਾਸ ਜੀਓ। ਪਹਿਲੇ 2 ਸ਼ਬਦ ਸਨ ਗੌੜੀ ਗੁਆਰੇਰੀ। ਅਗਲੇਰੇ ਇਹ ਜਿਹੜਾ ਸ਼ਬਦ ਹੈ ਗੌੜੀ ਬੈਰਾਗਣ, ਭਾਵ ਇਹ ਗੌੜੀ ਦੀ ਇੱਕ ਦੂਸਰੀ ਕਿਸਮ ਹੈ। ਬੈਰਾਗਣ ਜਿਵੇਂ ਗੁਆਰੇਰੀ ਇੱਕ ਕਿਸਮ ਹੈ, ਉਸੇ ਤਰ੍ਹਾਂ ਬੈਰਾਗਣ ਇੱਕ ਕਿਸਮ ਹੈ। ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਇਸ ਦਾ ਰਹਾਉ ਵਾਲਾ ਬੰਦ ਹੈ, ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ। ਉਦਾਹਰਣ ਬਾਬਾ ਰਵਿਦਾਸ ਸਾਹਿਬ ਮਹਾਰਾਜ ਨੇ ਦਿੱਤੀ ਹੈ। ਪੁਰਾਣੇ ਵਕਤ ਵਿੱਚ ਆਪਾਂ ਵਣਜ ਕਹਿੰਦੇ ਆ ਵਪਾਰ ਕਰਨ ਵਾਲੇ ਵਪਾਰੀ ਨੂੰ। ਬਾਣੀ ਵਿੱਚ ਉਹਨੂੰ ਵਪਾਰੀ ਵੀ ਲਿਖਿਆ, ਵਣਜਾਰਾ ਵੀ ਲਿਖਿਆ। ਵਣਜਾਰੇ ਦਾ ਅਰਥ ਵਣਜ ਕਰਨ ਵਾਲਾ, ਵਣਜ ਦਾ ਮਤਲਬ ਹੈ ਵਪਾਰ ਕਰਨ ਵਾਲਾ। ਵਪਾਰੀ ਦਾ ਇੱਕ ਕਰਮ ਹੁੰਦਾ, ਇੱਧਰੋਂ ਇੱਕ ਵਸਤੂ ਨੂੰ ਖਰੀਦਿਆ, ਆਪਣਾ ਮਾਰਜਨ ਕੱਢ ਕੇ ਉਸ ਨੂੰ ਦੂਜੀ ਜਗ੍ਹਾ ਤੇ ਵੇਚਿਆ। ਸਸਤੀ ਚੀਜ਼ ਲੈ ਕੇ ਮਹਿੰਗੀ ਚੀਜ਼ ਵੇਚਣੀ, ਆਪਣੀ ਜੋ ਵੀ ਉਸ ਦਾ ਮਾਰਜਨ ਉਹਦੇ ਵਿੱਚੋਂ ਕੱਢਣਾ। ਸਫਲ ਵਪਾਰੀ ਦਾ ਇਹ ਪਹਿਲਾ ਨਿਯਮ ਹੈ। ਉਸਨੇ ਵੇਖਣਾ ਹੁੰਦਾ ਵੀ ਕਿਹੜੀ ਚੀਜ਼ ਕਿੱਥੋਂ ਖਰੀਦਣ ਵਿੱਚ ਫਾਇਦਾ ਹੈ ਤੇ ਕਿਹੜੀ ਚੀਜ਼ ਕਿੱਥੇ ਵੇਚਣ ਵਿੱਚ ਪ੍ਰੋਫਿਟ ਹੈ, ਲਾਭ ਹੈ। ਅੱਜ ਬਹੁਤ ਸਾਰੀ ਇਲੈਕਟ੍ਰੋਨਿਕ ਸਾਧਨ ਆ ਗਏ ਹਨ, ਵਪਾਰ ਕਰਨ ਦੇ ਤਰੀਕੇ ਬਦਲ ਗਏ ਹਨ, ਪਰ ਬੇਸਿਕ ਰੂਲ ਨਹੀਂ ਬਦਲੇ। ਪ੍ਰੋਫਿਟ ਮਨੁੱਖ ਪੁਰਾਣੇ ਸਮੇਂ ਵਿੱਚ ਵੀ ਕੱਢਣ ਦੀ ਲੋਚਾ ਰੱਖਦਾ ਸੀ, ਅੱਜ ਵੀ ਰੱਖਦਾ ਹੈ। ਉਦੋਂ ਵੀ ਲੋਕ ਚੀਜ਼ਾਂ ਵਸਤਾਂ ਖਰੀਦਦੇ ਤੇ ਵੇਚਦੇ ਸਨ, ਅੱਜ ਵੀ ਵੇਚਦੇ ਹਨ, ਪਰ ਉਹਦੇ ਤਰੀਕੇ ਬਦਲ ਗਏ ਹਨ। ਪੁਰਾਣੇ ਸਮਿਆਂ ਦੇ ਵਿੱਚ ਵਪਾਰੀ ਲੋਕ, ਅੱਜ ਜਿਵੇਂ ਆਪਾਂ ਕਿਸੇ ਵਪਾਰੀ ਦਾ ਇਹ ਵੇਖਣਾ ਹੁੰਦਾ ਵੀ ਉਹਦਾ ਵਪਾਰ ਕਿੰਨੀ ਜਗ੍ਹਾ ਤੇ ਫੈਲਿਆ, ਕਿੰਨੇ EMPLOYEE ਉਸ ਦੀਆਂ ਕੰਪਨੀਆਂ ਵਿੱਚ ਕੰਮ ਕਰਦੇ ਨੇ, ਕਿੰਨੀ ਵੱਡੀ ਉਸ ਦੀ ਟਰਾਂਸਪੋਰਟ ਹੈ, ਸਾਲ ਦਾ ਕਿੰਨਾ ਉਹ ਮਾਰਜਨ ਕੱਢਦਾ ਹੈ। ਇਹ ਤੋਂ ਅੰਦਾਜ਼ਾ ਲੱਗਦਾ ਵੀ ਮਨੁੱਖ ਕਿੱਡਾ ਕੁ ਵਪਾਰੀ ਹੈ, ਕਿੰਨਾ ਕੁ ਵੱਡਾ ਉਹ ਬਿਜ਼ਨਸਮੈਨ ਹੈ। ਪੁਰਾਣੇ ਵਕਤ ਵਿੱਚ ਵੀ ਇਹ ਚੀਜ਼ਾਂ ਵੇਖੀਆਂ ਜਾਂਦੀਆਂ ਸਨ ਵੀ ਕਿੰਨੇ ਨੌਕਰ ਕੰਮ ਕਰਦੇ ਨੇ ਇੱਕ ਵਪਾਰੀ ਦੇ ਕੋਲ। ਉਸ ਦੇ ਕੋਲ ਸਮਾਨ ਦੀ ਢੋਆ ਢੁਆਈ ਵਾਸਤੇ ਕਿੰਨੇ ਕੁ ਸਾਧਨ ਨੇ, ਗੱਡੇ ਕਿੰਨੇ ਨੇ, ਊਠ ਕਿੰਨੇ ਨੇ, ਖੱਚਰਾਂ ਕਿੰਨੀਆਂ ਨੇ, ਹਾਥੀ ਕਿੰਨੇ ਨੇ, ਇਤਿਆਦਿ ਪਸ਼ੂਆਂ ਤੇ ਸਮਾਨ ਢੋਇਆ ਜਾਂਦਾ ਸੀ। ਫਿਰ ਇਸ ਤੋਂ ਇਲਾਵਾ ਉਹ ਕਿੰਨੀ ਦੂਰ ਦੂਰ ਤੱਕ ਜਾ ਕੇ ਵਪਾਰ ਕਰਦਾ ਹੈ। ਜਿਹੜੇ ਵੱਡੇ ਵਪਾਰੀ ਹੁੰਦੇ ਸਨ, ਉਹਨਾਂ ਦੇ ਸਰਕਾਰਾਂ ਨਾਲ, ਜਿਵੇਂ ਅੱਜ ਵੀ ਹਰ ਸਟੇਟ ਦੀ ਸਰਕਾਰ ਦੇ ਵੱਡੇ ਵੱਡੇ ਬਿਜ਼ਨਸਮੈਨ ਹੁੰਦੇ ਨੇ, ਜਿਹੜੇ ਉਸ ਸਟੇਟ ਦੀਆਂ ਲੋੜਾਂ ਨੂੰ ਵੀ ਪੂਰੀਆਂ ਕਰਦੇ ਨੇ ਤੇ ਸਰਕਾਰ ਉਹਨਾਂ ਦੀ ਸਹਾਇਤਾ ਵੀ ਕਰਦੀ। ਪੁਰਾਣੇ ਵਕਤ ਵਿੱਚ ਵੀ ਹੁੰਦਾ ਸੀ। ਤਾਂ ਉਹਨਾਂ ਵਕਤਾਂ ਦੇ ਵਿੱਚ ਇੱਕ ਕਤਾਰ ਵਿੱਚ ਗੱਡੇ ਜਾਂਦੇ ਸਨ, ਊਠ ਜਾਂਦੇ ਸਨ, ਮਾਲ ਦੇ ਲੱਦੇ ਹੋਏ। ਉਹਨਾਂ ਨੂੰ ਕਿਹਾ ਜਾਂਦਾ ਸੀ ਵਪਾਰੀਆਂ ਦਾ ਟਾਂਡਾ ਜਾ ਰਿਹਾ। ਪੰਜਾਬ ਵਿੱਚ ਤੇ ਪੰਜਾਬ ਤੋਂ ਬਾਹਰ ਅਜੇ ਵੀ ਕਈ ਨਗਰਾਂ ਦੇ ਨਾਂ ਤੁਸੀਂ ਵੇਖੋਗੇ, ਕਸਬਿਆਂ ਦੇ ਨਾਂ ਵੇਖੋਗੇ, ਟਾਂਡਾ। ਇਹ ਦਰਅਸਲ ਸ਼ਬਦ ਇੱਥੋਂ ਹੀ ਪ੍ਰਚਲਿਤ ਹੋਇਆ, ਜਿੱਥੇ ਵਪਾਰੀ ਆ ਕੇ ਰੁਕਦੇ ਰਹੇ, ਵਪਾਰੀਆਂ ਦੇ ਰੁਕਣ ਦੀ ਥਾਂ ਹੁੰਦੀ ਸੀ, ਉੱਥੋਂ ਉਹ ਜਗ੍ਹਾ ਦਾ ਨਾਂ ਟਾਂਡਾ ਪ੍ਰਚਲਿਤ ਹੁੰਦਾ ਰਿਹਾ। ਫਿਰ ਇਹਨਾਂ ਦੀ ਜਿੱਡਾ ਵੱਡਾ ਕੋਈ ਵਪਾਰੀ ਹੈ, ਉਹਨੇ ਆਪਣੀ ਸਹੂਲਤ ਤੇ ਸੁਰੱਖਿਆ ਦੇ ਲਈ ਨਾਲ ਹਥਿਆਰਬੰਦ ਆਦਮੀ ਵੀ ਰੱਖੇ ਹੁੰਦੇ ਸਨ, ਤਾਂ ਕਿ ਕੋਈ ਲੁਟੇਰਾ, ਕੋਈ ਧਾੜਵੀ ਸਮਾਨ ਲੁੱਟ ਕੇ ਨਾ ਲੈ ਜਾਏ। ਨਿੱਕੇ ਨਿੱਕੇ ਵਪਾਰੀ ਇਕੱਠੇ ਸਫ਼ਰ ਕਰਦੇ ਸਨ, ਜਾਂ ਕਿਸੇ ਨਿੱਕੇ ਵਪਾਰੀ ਨੇ ਜਿਹਦੇ ਕੋਲ
थोड़े साधन ने, उन्हें वड्डे वपारी दे काफले नाल रल जाना, ते वड्डे वपारियां दे कोल अपनी सेफ्टी लई हथियारबंद आदमी हुंदे सन, ते इह उन्हां दे कतार विच तुरन वाले जिहड़े लोग सन, उन्हां दा काफला जिड्डा वड्डा हुंदा उह तों अंदाजा लगदा भी वपारी बहुत तकड़ा है, बड़ा वड्डा है। ते जिहड़ा उन्हां सारियां दा आगू हुंदा, मुखी हुंदा, उहनूं नायक कहा जांदा। असीं जिस वेले सिख तारीख नूं पढ़दे हां ते भाई लखी राय वणजारे दा जिक्र आपां पढ़दे हां, बहुत धनाड़ सफल वपारी सी। बाबा मक्खण शाह दा जिक्र पढ़दे हां, वो बड़ा धनाड़ वपारी सी। वो एक इतिहास दा पक्ष हो। बाबा रविदास साहब जी ने इस मुबारक शब्द विच प्रतीक को वरत्या, को बनजारो। कोई वपारी है किस चीज़ का, कहते राम को, जिहड़ा परमेश्वर दे गुणां दा वणज करन वाला होवे। कोई ऐसा वपारी है जिहड़ा रब्बी गुणां दा आदान प्रदान करदा होवे, जिहड़ा परमेश्वर दे गुण ग्रहण भी करदा होवे, ते जिहड़ा उन्हां गुणां नूं अगे वंडदा भी होवे। जे मैं पहला बेनती की ना, वपारी एक जगह तो समान खरीददा है, प्रॉफिट कढ़दा है ते अगे वेचदा है। परमेश्वर दे गुणां नाल, चंगे गुणां नाल विचरण वाले लोग भी इस तरह ने। वो गुण कितों सिखते हैं, ਉਹਦਾ आनंद माणते हैं, तो गुण नूं अगे वंडदे भी ना। वो गुण नूं सिखण विच झिझक विखाउंदे ने। चंगियाई उन्हां नूं कितों भी मिल जाए, उन्होंने ग्रहण करते हैं। उन्हां दा मतलब हुंदा है चंगियाई ग्रहण करना। जिवें एक वपारी जिहड़ा है ना, तुसीं वेखो, उन्हें जदों समान खरीदना है तो जिहदे कोल उन्हें खरीदना है, उहदी बरादरी नहीं पुछनी, उन्हें उहदे निजी जीवन बारे नहीं पुछना, उन्हें उहदे ते कोई कंडीशनां नहीं लाउणियां भी किहो जे बंदे कोलों मैं माल, उन्होंने प्रॉफिट मिलदा तो खरीद लैंदा। संसार अंदर चंगे वंड दा भी इहो असूल है। जिथे तुहानूं चंगियाई नज़र आउंदी उहनूं ग्रहण कर लो। चंगियाई किस मनुख विच है मैटर नहीं करदा। जे बंदा इन्हां चक्करां विच पै जाए भी बंदा मेरी मनपसंद दा होवे ते फिर उहदे विचों मैं चंगियाई ग्रहण करां, इस तरह मनुख अगे नहीं वध सकदा। ये स्वार्थ है। तो गरीब नवाज महाराज ने बाणी दे विच सानू इसे करके बाणी दे विच दस्सिया, गुणा का होवे वासुला कढ़ वास लई जाए, जे गुण होवन साजना मिल सांझ करी जाए, सांझ करी जाए गुणा केरी छोड़ अवगण चलीए, पहरे पटंबर कार्य डंबर अपना पेड़ मलीए, जिथे जाए बहीए भला कहीए, झोल अमृत पीजा, गुणा का होवे वासुला कढ़ वास लई। एक तो यह पहला नियम है। फिर जिहड़ा गुण, जिहड़ी चंगियाई असीं सिखनी है, ग्रहण करनी है, धारण करनी है, उसका अपने जीवन विच भी आनंद ते लुत्फ लैना है, उसनूं मानना है, उसनूं हंडाउणा है। तो फिर तीजा कर्म की है भी उस चंगियाई नूं अगे पसारना, वंडना भी, दूजे तक भी लैके जाना। जिवें व्यापारी प्रॉफिट कढ़दा, प्रॉफिट साडा की है? आनंद, उस चंगियाई का लाभ जो साडे जीवन नूं हुंदा। तो वह वणज की उन्होंने अगे वंडना भी। जन नानक धूड़ मंगै तिस गुर सिख की, जो आप जपै अवरा नाम जपावे। इसलिए सतगुरु ने कहा भी आप जपो अवरा नाम जपावो, भी खुद भी वह आनंद लवो तो उसनूं अगे वंड भी दिओ। हर का नाम ध्याए सुण सबना नो कर दान, बाकियां नूं भी वंड देना, उस ये भी वंड छकना। तो इस ऐसे जीव नूं, ऐसे मनुख नूं बाबा रविदास साहब महाराज ने आख्या भी को बनजारो राम को, कोई है ऐसा मेरा टांडा लादिया जाए रे। इत्थे टांडा किनूं कहा? जिवें गड्डियां ते समान लद के, बैल गड्डियां ते समान लद के व्यापारी खड़दे ने, कहंदे मेरा शरीर भी एक गड्डे दी न्याई, ते मेरे ज्ञान इंद्रे जिहड़े ने ये मानो बैल ने, शरीर नूं खिचदे ने। अखां वेखदियां ने, ਕੰਨ सुनते हैं, चमड़ी स्पर्श करती है, नासका है, जबान है, ये साडे पंजे ज्ञान इंद्र। इन्हां राही साडी सांझ संसार दीयां चीज़ां नाल पैंदी है ते सानूं उन्हां दा अनुभव, उन्हां दा ज्ञान हुंदा है, उन्हां दी सोझी हुंदी है, उन्हां दी जानकारी हुंदी। चंगा मंदा सब असीं इन्हां चीज़ां राही ग्रहण करदे हां, ते ओह इन्हां चीज़ां नाल ग्रहण कीता, प्राप्त किया होया जो कुछ है वो साडे मन की घाड़त करता है। साडी सुरत, साडी चेतना नूं अवगणियारा जां गुणां नाल भरपूर करता है।
इसलिए बाबा रविदास साहब आखते ने मेरा ये शरीर गड्ढा पंजे ज्ञान इंद्रे जिहड़े ने ये इन्हां नूं लदना है, काहदे नाल इन्हां नूं भरना है? चंगियाई नाल। ते कोई है जिहदे नाल मैं वपार ये साझा कर सकां। इस बाबत गुरु ग्रंथ साहब की बाणी विच बड़े प्यारे वाक ने बाबा कबीर साहब महाराज दे। वो लिखते ने किन ही बन जया कांसी तांबा, किन ही लौंग सुपारी, संतो बन जया नाम गोबिंद का, ऐसी खेप हमारी हर के नाम के व्यापारी, हीरा हाथ चढ़िया निर्मोलक, छूट गई संसार। पर उन्होंने सुचेत भी किया भी किते ये ना समझ लई भी ये जिहड़ी वस्त की मैं गल कर रहा, जिन्हों नाम की खेप कहा, नाम का सौदा कहा, जिसनों चंगियाई की दौलत कहा, जिसनों गुणा की दौलत कहा, इहदा कोई पैसों नाल लैण देण हो। उन्होंने स्पष्ट कहा भी कंचन स्यों पाई है नहीं तोल, मन दे राम लिया है मोल। उन्हें ये बारे स्पष्ट किया भी यदि कोई संसार च इस तरह की दुकान नहीं, जिस तरह बाकी चीज़ां आपां संबंधित दुकान तो खरीद लियाउने, स्टोर तो इस तरह की कोई दुकान नहीं, ना इनू इस तरह कोई खरीद सकता है, ना इनू कोई इस तरह वेच सकता है। उन्होंने स्पष्ट इस बाबत अपने श्लोक में फरमाया, राम पदार्थ पाए कै कबीरा गांठ ना खोल, नहीं पट्टन, पट्टन कहते ने बाजार में, नहीं पट्टन नहीं पारखू, नहीं गाहक नहीं मोल। ना इहदा कोई मुल है, ना इहदा कोई इस तरह गाहक लभेगा, ना इहदी कोई दुकान है, ना इहदा कोई बाजार सजदा है, ना इहदी कोई मंडी लगती है, ना इनू कोई इस तरह संसार का बंदा परख ही सकता। इनू विहाजन का इको ही साधन है, वो है सत संगत, नेक लोगों की सोबत, उत्तम विचारां नाल सुरत की सांझ। ते इसनूं खरीदिया किहड़ी दौलत नाल जांदा है? मन दे राम लिया है मोड़, अपना भाव गवाउणा पे। भाई गुरदास जी ने बड़े प्यारे वाक है, वो कहते ने आम तौर पर असीं कई कुछ ऐसे लोग भी तारीख इतिहास में होए जिन्हां ने खिज के कहा भी गुरु नानक ने एक वक्री दुकान चला ली, दुकानदारी चला ली। जिवें आपां तुज के जहांगीरी च पढ़िया कि गुरु अर्जन साहब महाराज के बारे कहता सी, इन्हां ने कई पीढ़ियां तो अपनी झूठ की दुकान चलाई हुई है। ये तो उसकी नफरत के बोल सन। भाई गुरदास जी लिखते हैं भी सचमुच ही गुरु ने एक दुकान खोली, हट, पर गुरु इस जगह के उत्ते कोई दुनिया की शौहरत के सौदे करने वास्ते नहीं बैठा होया। कादी हट्टी है गुरु नानक महाराज की, कादी दुकान है गुरु नानक महाराज की? आप ये तो सारे जानते हैं, तारीख विचों भी गुरु नानक महाराज ने मोदी खाने दे विच मोदी के रूप में भी किरत की है, जिथे समान लैके आने वालियां नूं ते समान दिता जाता सी, उन्होंने मोदी खाना कहिंदे ने। गुरु नानक महाराज पातशाह की जिस हट बारे, जिस दुकान बारे भाई गुरदास जी ने लिखे है, बड़े बाकमाल बोल ने उन्होंने। वो कहते ने सौदा इकत हट है शाह सतगुरपूरा। सौदा किहड़ा है? नाम दा। हट्टी किहड़ी है? सत संगत दी। ते शाह कौन है वेचण वाला? गुरु नानक। गुरु गुरु शाह है। आप पुराने पिंडां विच आपां वेखदे दुकानदार नूं आपां शाह जी कहिंदे हुंदे सन। ਉਹਦੇ ਕੋਲੋਂ लोग सौदा खरीदते सन, जिनस वेचते सन, उन्होंने शाह कहना, भावें ਉਹਦਾ मजहब कोई भी होवे। आम तौर पर सानू कई बार ये हुंदा भी शाह शब्द जिहड़ा है वो किसी मुसलमान परिवार नाल संबंधित व्यक्ति नाल जुड़दा, पर नहीं, शाह अमीर नूं भी कहिंदे ने, धनी बंदे नूं भी कहिंदे ने। तो दुकानदार नूं आम ही लोग शाह जी कह के बुलाउंदे सन। ते उत्थे भाई गुरदास जी ने कहा भी सत संगत दुकान हट है, नाम दा सौदा है ते गुरु शाह है। सौदा इकत हट है, शाह सतगुर पूरा। पर की दे के सौदा विहाजिया जाता है ते गुरु कोलों किहड़ा सौदा खरीदिया जाता? वो कहंदे ने औगण लै गुण विकणा, वचन दा सूरा। कहंदे गुरु वचन दा पूरा है, वो अपने वचन तो फिरदा नहीं, वह सौदा भी खरा है। ਉਹਦੇ सौदे ਵਿੱਚ किसी किस्म की घाट नहीं, टोटा नहीं, खोटा नहीं। पर की वेचदा है गुरु? गुण। ते बदले च ਉਹਨੂੰ की मुल तारना पैंदा? वो ये सौदा जे खरीदना होवे, वो कहंदे ने सत संगत विच गुरु कोल आउण वाला अपने औगण छड्ड देवे ते गुण लै जावे। औगण लै गुण विकणा। गुरु गुण वेचदा है,
ਤੇ ਬਦਲੇ ਵਿੱਚ ਕੀ ਲੈਂਦਾ ਹੈ? ਕਹਿੰਦਾ ਔਗਣ ਦੇ ਜਾਓ, ਔਗਣ ਛੱਡ ਜਾਓ ਤੇ ਗੁਣ ਲੈ ਜਾਓ, ਬੁਰਾਈ ਛੱਡ ਜਾਓ ਤੇ ਚੰਗਿਆਈ ਲੈ ਜਾਓ, ਅਧਰਮ ਛੱਡ ਜਾਓ ਤੇ ਧਰਮ ਲੈ ਜਾਓ, ਪਾਪ ਛੱਡ ਜਾਓ ਤੇ ਪੁੰਨ ਲੈ ਜਾਓ। ਗੁਰੂ ਦਾ ਇਹ ਸੌਦਾ ਹੈ ਤੇ ਇਹ ਕੀਮਤ ਤਾਰਨੀ ਪੈਂਦੀ। ਹੁਣ ਤੁਸੀਂ ਵੇਖੋ, ਜੇ ਮਨੁੱਖ ਨੇ ਔਗਣ, ਅਧਰਮ, ਪਾਪ, ਗੁਨਾਹ ਇਹ ਛੱਡਣੇ ਹੋਣ ਤੇ ਬੰਦੇ ਨੂੰ ਕਿਹਦੇ ਨਾਲ ਲੜਨਾ ਪਏਗਾ? ਆਪਣੇ ਮਨ ਨਾਲ। ਇਸੇ ਨੂੰ ਕਹੇ ਆਪਣਾ ਮਨ ਗੁਰੂ ਨੂੰ ਸੌਂਪਣਾ, ਆਪਣੇ ਮਨ ਦੀ ਭੇਟਾ ਧਰਨੀ। ਤੋ ਇਸ ਵਾਸਤੇ ਕਹਿੰਦੇ ਨੇ, ਕੋਬ ਨਜ਼ਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ। ਕੋਈ ਹੈ ਐਸਾ ਪਰਮੇਸ਼ਰ ਦਾ ਪਿਆਰਾ? ਭਾਵ ਸਤ ਸੰਗੀ ਹੀ ਉਹ ਪੁਰਖਾਂ ਵਪਾਰੀ ਹਨ, ਜਿਨ੍ਹਾਂ ਦੀ ਸੋਭਤ ਵਿੱਚ ਜਾ ਕੇ ਮੈਂ ਆਪਣੇ ਇਸ ਜੀਵਨ ਦੇ ਗੱਡੇ ਨੂੰ, ਟਾਂਡੇ ਨੂੰ ਰੱਬੀ ਗੁਣਾਂ ਦੀ ਦੌਲਤ ਨਾਲ ਭਰ ਸਕਦਾ, ਚੰਗਿਆਈ ਨਾਲ ਭਰ ਸਕਦਾ। ਜੇ ਮੇਰੇ ਕੋਲ ਮੈਨੂੰ ਘਾਟ ਹੈ ਚੜ੍ਹਦੀ ਕਲਾ ਦੀ, ਤਾਂ ਉਹ ਵੀ ਮੈਨੂੰ ਇੱਥੋਂ ਮਿਲੇਗਾ। ਜੇ ਘਾਟ ਹੈ ਸਬਰ ਸੰਤੋਖ ਦੀ, ਤਾਂ ਉਹ ਵੀ ਮੈਨੂੰ ਇੱਥੇ ਕਮਾਉਣਾ ਪਏਗਾ। ਇੱਥੋਂ ਸਿੱਖਿਆ ਲੈ ਕੇ ਉਹਨੂੰ ਜੀਵਨ 'ਚ ਧਾਰਨ ਕਰਨਾ ਪਏਗਾ। ਇਹ ਸਾਰੀ ਅਜ਼ੀਮ ਦੌਲਤ, ਇਸ ਦੌਲਤ ਨੂੰ ਹੀ ਕਿਹਾ ਹੈ ਨਾਮ ਦੀ ਦੌਲਤ। ਤੋ ਰੰਭ ਦੇ ਵਾਕ ਵਿੱਚ ਕਹੇ ਘਟ ਅਵ ਘਟ। ਘਟ ਦਾ ਮਤਲਬ ਹੁੰਦਾ ਹੈ ਰਸਤਾ, ਤੇ ਅਵ ਘਟ ਦਾ ਮਤਲਬ ਹੁੰਦਾ ਹੈ ਔਖਾ ਰਸਤਾ। ਤੇ ਔਖਾ ਵੀ ਕਿਹੋ ਜਿਹਾ? ਡੂੰਗਰ ਘਣਾ। ਡੂਗਰ ਸ਼ਬਦ ਜਿਹੜਾ ਇਹਦਾ ਮਤਲਬ ਹੁੰਦਾ ਪਹਾੜੀਆਂ, ਕਿ ਕਿਤੇ ਪਹਾੜੀ ਹੈ, ਚੜ੍ਹਾਈ ਹੈ, ਤੇ ਕਿਤੇ ਨਿਵਾਣ ਹੈ, ਉਤਰਨਾ ਪੈਂਦਾ। ਹੁਣ ਆਪਾਂ ਸਾਰੇ ਜਾਣਦੇ ਹਾਂ, ਅੱਜ ਕੱਲ੍ਹ ਤਾਂ ਇਲੈਕਟ੍ਰੋਨਿਕ ਗੱਡੀਆਂ ਨੇ, ਹੋਰ ਬੜੇ ਸਾਧਨ ਨੇ, ਮਸ਼ੀਨਾਂ ਨੇ, ਤੇ ਜਦੋਂ ਪਹਾੜੀ ਰਸਤੇ ਵਿੱਚ ਡਰਾਈਵ ਕਰਨਾ ਹੋਵੇ ਤੇ ਉਹ ਆਮ ਸਧਾਰਨ ਸਿੱਧੀ ਜ਼ਮੀਨ ਮੈਦਾਨੀ ਇਲਾਕੇ ਨਾਲੋਂ ਡਿਫੀਕਲਟ, ਔਖਾ ਹੁੰਦਾ। ਤੇ ਜਿਨ੍ਹਾਂ ਲੋਕਾਂ ਨੇ ਪਸ਼ੂਆਂ ਤੇ ਲੱਦ ਕੇ ਸਮਾਨ ਖੜਨਾ ਹੁੰਦਾ ਸੀ, ਉਹਨਾਂ ਲਈ ਹੋਰ ਵੀ ਔਖਾ, ਕਿਉਂਕਿ ਜੇ ਚੜ੍ਹਾਈ ਚੜ੍ਹਨੀ ਹੈ ਪਸ਼ੂ ਨੇ ਤਾਂ ਵੀ ਮਾੜਾ ਪਸ਼ੂ ਸਮਾਨ ਖਿੱਚ ਕੇ, ਗੱਡਾ ਖਿੱਚ ਕੇ ਚੜ੍ਹ ਨਹੀਂ ਸਕੇਗਾ। ਤੇ ਜੇ ਉਤਰਨਾ ਹੈ ਤੇ ਤਾਂ ਵੀ ਜਿਹੜਾ ਬੰਦੇ ਨੇ ਮੈਨੇਜ ਕਰਨਾ ਹੈ, ਜਿਹੜੇ ਬੰਦੇ ਨੇ ਉਸ ਪਸ਼ੂ ਨੂੰ ਹਿੱਕਣਾ ਹੈ, ਉਹਦੇ ਵਾਸਤੇ ਵੀ ਬੜਾ ਔਖਾ ਹੁੰਦਾ ਸੀ। ਤੇ ਨਿਵਾਣ ਤੋਂ ਜੇ ਪਸ਼ੂ ਭੱਜ ਪਏ ਤੇ ਗੱਡਾ ਪਲਟ ਸਕਦਾ ਹੈ, ਨੁਕਸਾਨ ਹੋ ਸਕਦਾ ਹੈ। ਕਮਜ਼ੋਰ ਬਲਦ ਜਿਹੜਾ ਹੈ, ਕਮਜ਼ੋਰ ਬੈਲ ਜਿਹੜਾ ਹੈ, ਕਮਜ਼ੋਰ ਪਸ਼ੂ ਜਿਹੜਾ ਹੈ, ਉਹ ਭਾਰ ਖਿੱਚ ਕੇ ਚੜ੍ਹਾਈ ਨਹੀਂ ਚੜ੍ਹ ਸਕਦਾ, ਪਹਾੜੀ ਨਹੀਂ ਚੜ੍ਹ ਸਕਦਾ, ਤੇ ਉਹਦੇ ਉਤਰਨ ਵਾਸਤੇ ਵੀ ਉਹਨੂੰ ਕਠਿਨਾਈ ਹੋਏਗੀ। ਇੱਥੇ ਕਿਹੜੇ ਰਸਤੇ ਨੂੰ ਔਖਾ ਕਿਹਾ ਹੈ? ਜੀਵਨ ਦੇ ਰਸਤੇ ਨੂੰ। ਕਹਿੰਦੇ ਜੀਵਨ ਦਾ ਰਸਤਾ ਕਦੇ ਸਾਵਾਂ ਨਹੀਂ ਹੁੰਦਾ। ਕਿੱਡਾ ਅਮੋਲਕ ਵਾਕ ਹੈ। ਜ਼ਿੰਦਗੀ ਦਾ ਰਾਹ ਜਿਹੜਾ ਨਾ ਕਦੇ ਪੱਧਰਾ ਨਹੀਂ। ਇੱਥੇ ਵੀ ਉਤਰਾ ਤੇ ਚੜਾ ਹਰ ਵੇਲੇ ਹੀ ਤੁਹਾਡੇ ਜੀਵਨ 'ਚ ਵਾਪਰਦਾ। ਪਲ 'ਚ ਸੁੱਖ ਹੈ, ਪਲ 'ਚ ਦੁੱਖ ਹੈ। ਘੜੀ 'ਚ ਬੰਦਾ ਜਿਹੜਾ ਹੈ ਉਹ ਖੁਸ਼ ਹੈ, ਘੜੀ 'ਚ ਉਦਾਸ ਹੋ ਸਕਦਾ ਹੈ। ਇਸ ਪਲ ਚੜ੍ਹਦੀ ਕਲਾ 'ਚ ਅਗਲੇ ਪਲ ਹੋ ਸਕਦਾ ਐਸੀ ਸਿਚੁਏਸ਼ਨ ਬਣੇ, ਮਾਹੌਲ ਬਣੇ, ਢਹਿੰਦੀ ਕਲਾ ਆ ਜਾਏ। ਹੁਣ ਪਦਾਰਥ ਹਨ, ਹੋ ਸਕਦਾ ਘੜੀ ਕੁ ਨੂੰ ਨਾ ਰਹਿਣ। ਹੁਣ ਜਿਹੜੇ ਮਿੱਤਰ ਨੇ ਹੋ ਸਕਦਾ ਘੜੀ ਪਲ ਨੂੰ ਦੁਸ਼ਮਣਾਂ ਵਰਗਾ ਵਿਹਾਰ ਕਰਨ ਲੱਗ ਜਾਣ। ਸੰਸਾਰ ਹੈ। ਇੱਥੇ ਉਤਰਾ ਚੜਾ ਜੀਵਨ ਦਾ ਅਭਿੰਨ ਹਿੱਸਾ ਨੇ। ਜ਼ਿੰਦਗੀ ਇੰਨੀ ਸਿੱਧ ਪੱਧਰੀ ਨਹੀਂ। ਇਸੇ ਕਰਕੇ ਕਿਸੇ ਵਿਚਾਰਵਾਨ ਨੇ ਕਿਹਾ ਵੀ ਜ਼ਿੰਦਗੀ 2 ਦੂਣੀ 4 ਦਾ ਪਹਾੜਾ ਨਹੀਂ, ਟੇਬਲ ਨਹੀਂ ਕਿ 2 ਦੂਣੀ 4 ਹੀ ਹੋਣਗੇ, 3 ਵੀ ਹੋ ਜਾਂਦੇ ਨੇ, 1 ਵੀ ਹੋ ਜਾਂਦੇ ਨੇ, ਤੇ 5 ਵੀ ਹੋ ਜਾਂਦੇ ਨੇ। ਇਹਦੀ ਕੈਲਕੂਲੇਸ਼ਨ ਜਿਹੜੀ ਹੈ, ਇਹਦੀ ਆਪਣੀ ਜ਼ਿੰਦਗੀ ਦੀ ਵੱਖਰੀ ਕੈਲਕੂਲੇਸ਼ਨ, ਇਹਦਾ ਕੁਝ ਵੀ ਰਿਜ਼ਲਟ ਨਿਕਲ ਸਕਦਾ। ਇਸ ਵਾਸਤੇ ਇਹਨੂੰ ਔਖਾ ਸਫ਼ਰ ਕਿਹਾ, ਪਹਾੜੀ ਰਸਤਾ ਕਿਹਾ, ਵੀ ਉਤਰਾਅ ਵੀ ਹੈ, ਚੜ੍ਹਾਅ ਵੀ ਹੈ। ਇੱਥੇ ਪਲ ਪਲ ਸਿਚੁਏਸ਼ਨ ਜੀਵਨ ਦੀ ਬਦਲ ਜਾਂਦੀ ਹੈ, ਦਸ਼ਾ ਬਦਲ ਜਾਂਦੀ ਹੈ, ਮਾਹੌਲ ਬਦਲ ਜਾਂਦਾ ਹੈ, ਵਿਚਾਰਾਂ ਦਾ ਪ੍ਰਭਾਵ ਮਨੁੱਖ ਦੇ ਜੀਵਨ ਉੱਤੇ ਪੈਂਦਾ ਹੈ। ਕਹਿੰਦੇ ਇਸ ਰਸਤੇ ਦੇ ਵਿੱਚ ਕੀ ਹੁੰਦਾ ਹੈ? ਇੱਕ ਨਿਰਗੁਣ ਬੈਲ ਹਮਾਰ, ਜਿਹੜਾ ਮੇਰਾ ਮਨ ਰੂਪੀ ਬਲਦ ਹੈ ਨਾ, ਜਿਹੜਾ ਸਰੀਰ ਦੇ ਗੱਡੇ ਨੂੰ ਖਿੱਚਦਾ, ਕਹਿੰਦੇ ਉਹ ਮਨ ਬੜਾ ਕਮਜ਼ੋਰ ਹੈ। ਚੜ੍ਹਾਈ ਆ ਜਾਏ ਤੇ ਹੋ ਸਕਦਾ ਉਹ ਤੋਂ ਚੜ੍ਹਿਆ ਨਾ ਜਾਏ, ਨਿਮਾਣ ਆ ਜਾਏ ਤੇ ਹੋ ਸਕਦਾ ਉਹ ਤੋਂ ਚੱਜ ਨਾਲ ਉਤਰਿਆ ਨਾ ਜਾਏ। ਕਮਜ਼ੋਰ ਮਨ ਜਿਹੜਾ ਉਹ ਜੀਵਨ ਦੇ ਇਸ ਔਖੇ ਉਤਰਾ ਚੜ੍ਹਾਅ ਦੇ ਸਫ਼ਰ ਵਿੱਚ ਬਾਰ-ਬਾਰ ਕਮਜ਼ੋਰੀ ਦੇ ਕਾਰਨ ਅਟਕਦਾ ਹੈ, ਰੁਕਦਾ ਹੈ, ਡਿੱਗਦਾ ਹੈ। ਉਹਦੇ 'ਚ ਬੜਾ ਕੁਝ ਵਾਪਰ ਜਾਂਦਾ। ਇੱਕ ਨਿਰਗੁਣ ਬੈਲ ਹਮਾਰ, ਨਿਰਗੁਣ ਦਾ ਮਤਲਬ ਹੈ ਗੁਣਹੀਨ, ਕਮਜ਼ੋਰ। ਗੁਣਹੀਨ ਹੈ ਮਨ, ਇਸ ਕਰਕੇ ਕਮਜ਼ੋਰ ਹੈ। ਫਿਰ ਕੀ ਆਖਦੇ ਨੇ? ਕਹਿੰਦੇ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਰਮਈਆ ਕੌਣ ਹੈ? ਸਰਵ ਵਿਆਪਕ ਪਰਮੇਸ਼ਰ, ਅਕਾਲ ਪੁਰਖ।
ਮੇਰੀ ਸਰਵ ਵਿਆਪਕ ਪਰਮੇਸ਼ਰ ਜੀ ਨੂੰ, ਰੱਬ ਜੀ ਨੂੰ ਬੇਨਤੀ ਹੈ, हे ਮੇਰੇ ਮਾਲਕ ਮਿਹਰ ਕਰ, ਮੇਰੀ ਪੂੰਜੀ ਬਚੀ ਰਹੇ। ਜਿਸ ਤਰ੍ਹਾਂ ਦਾ ਉਤਰਾਅ ਚੜ੍ਹਾਅ ਦਾ ਜੀਵਨ ਦਾ ਸਫ਼ਰ ਹੈ ਤੇ ਜਿਸ ਤਰ੍ਹਾਂ ਦਾ ਮੇਰਾ ਕਮਜ਼ੋਰ ਮਨ ਹੈ, ਜੇ ਮੇਰੇ ਪੱਲੇ ਚੰਗਿਆਈ ਨਾ ਬਚੀ, ਮੇਰੇ ਅੰਦਰ ਦੇ ਗੁਣ ਨਾ ਬਚੇ, ਮੇਰੇ ਅੰਦਰ ਦੀ ਨਾਮ ਵਸਤ ਨਾ ਬਚੀ, ਤੇ ਮੈਂ ਤਾਂ ਕੱਖੋਂ ਹੌਲਾ ਹੋ ਜਾਵਾਂਗਾ। ਵਪਾਰੀ ਦਾ ਸਮਾਨ ਖਰਾਬ ਹੋ ਜਾਏ ਤੇ ਉਹ ਕਾਹਦੇ ਜੋਗਾ ਰਹਿ ਜਾਂਦਾ? ਉਹ ਵਰਤੇਗਾ ਕੀ? ਉਹ ਖਰਚੇਗਾ ਕੀ? ਉਹਦਾ ਰੁਜ਼ਗਾਰ ਕਿਵੇਂ ਚੱਲੇਗਾ? ਉਹਦਾ ਘਰ ਕਿਵੇਂ ਚੱਲੇਗਾ? ਉਹ ਸਰਵਾਈਵ ਕਿਵੇਂ ਕਰੇਗਾ? ਜੇ ਸਾਡੇ ਕੋਲ ਮਿੱਠੀ ਜ਼ਬਾਨ ਨਾ ਹੋਈ ਤਾਂ ਜ਼ਰਾ ਸੋਚੋ ਅਸੀਂ ਜ਼ਿੰਦਗੀ 'ਚ ਖੱਟਾਂਗੇ ਕੀ? ਸਾਡੇ ਪੱਲੇ ਜੇ ਲੋੜ ਪੈਣ ਤੇ ਧੀਰਜ ਨਾ ਹੋਇਆ ਤੇ ਜ਼ਿੰਦਗੀ ਕਿੰਨੀ ਔਖੀ ਹੋ ਜਾਣੀ ਹੈ। ਖਾਣਾ ਇਕੱਲਾ ਸਰੀਰ ਦਾ ਹੀ ਨਹੀਂ ਹੁੰਦਾ, ਤੁਹਾਡੇ ਮਨ ਤੇ ਤੁਹਾਡੀ ਸੁਰਤ ਦੀ ਵੀ ਕੋਈ ਖੁਰਾਕ ਹੁੰਦੀ ਹੈ। ਜਿਸ ਮਨੁੱਖ ਦੇ ਕੋਲੋਂ ਮਿੱਠੇ ਬੋਲ ਖੁੱਸ ਜਾਣ, ਆਦਤ ਖੁੱਸ ਜਾਏ ਮਿੱਠਾ ਬੋਲਣ ਦੀ, ਸਮਝੋ ਇਹ ਬੰਦਾ ਗਰੀਬ ਹੈ ਵਿਚਾਰਾ। ਜਿਹਦੇ ਕੋਲ ਥੋੜੇ ਜਿਹੇ ਵਕਤ ਲਈ ਵੀ ਧੀਰਜ ਨਹੀਂ ਹੈ, ਸਮਝੋ ਇਹ ਬੰਦਾ ਕੰਗਾਲ ਹੈ, ਇਹਨੇ ਕਮਾਇਆ ਨਹੀਂ ਜ਼ਿੰਦਗੀ 'ਚ ਕੁਝ। ਜਿਸ ਬੰਦੇ ਕੋਲ ਖਿਮਾ ਕਰਨ ਦਾ ਸੁਭਾਅ ਨਹੀਂ, ਸਮਝੋ ਇਹਨੇ ਕੁਝ ਨਹੀਂ ਖੱਟਿਆ। ਇਹ ਸਾਰੀ ਦੁਨੀਆ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦਾ ਕਿ ਦੁਨੀਆ ਮੈਨੂੰ ਮਿੱਠਾ ਬੋਲੇ, ਮੈਂ ਨਹੀਂ ਬੋਲ ਸਕਦਾ। ਲੋਕ ਮੇਰੀ ਗੱਲ ਧੀਰਜ ਨਾਲ ਸੁਣਨ, ਮੈਂ ਨਹੀਂ ਸੁਣ ਸਕਦਾ। ਲੋਕ ਮੇਰੀਆਂ ਗਲਤੀਆਂ ਮੁਆਫ ਕਰਨ, ਮੈਂ ਨਹੀਂ ਕਰ ਸਕਦਾ। ਹੁਣ ਐਸੇ ਮਨੁੱਖ ਤੋਂ ਵੀ ਕੋਈ ਗਰੀਬ ਹੋ ਸਕਦਾ? ਇਸੇ ਲਈ ਸਤਿਗੁਰੂ ਨੇ ਕਿਹਾ ਵੀ ਜਿਹੜੇ ਐਸੇ ਗੁਣਾਂ ਨਾਲ ਭਰਪੂਰ ਮਨੁੱਖ ਨੇ ਉਹ ਧਨੀ ਤੇ ਅਮੀਰ ਨੇ। ਤਾਂ ਇਹ ਪੂੰਜੀ ਬਚਾਉਣ ਲਈ ਬੇਨਤੀ ਹੈ। ਅਗਲੇ ਬੰਦ ਵਿੱਚ ਫਰਮਾਇਆ ਹੈ, ਆਖਦੇ ਨੇ, ਹਉ ਬਨਜਾਰੋ ਰਾਮ ਕੋ ਸਹਿਜ ਕਰੋ ਵਪਾਰ। ਮੈਂ ਰੱਬ ਦੇ ਨਾਮ ਦਾ ਵਣਜ ਕਰਨ ਵਾਲਾ ਵਣਜਾਰਾ। ਮੈਂ ਕਾਹਦਾ ਵਪਾਰ ਕਰਦਾ? ਸਹਿਜ ਦਾ, ਟਿਕਾਊ ਦਾ। ਮੈਂ ਉਹ ਗੁਣ ਜੀਵਨ ਵਿੱਚ ਲਿਆਉਣਾ, ਮੈਂ ਉਹ ਚੰਗਿਆਈ ਧਾਰਨ ਕਰ ਰਿਹਾ, ਮੈਂ ਉਸ ਧਰਮ ਦੀ ਕਮਾਈ ਕਰ ਰਿਹਾ ਜਿਹੜੀ ਮੇਰੇ ਜੀਵਨ ਨੂੰ ਬੈਲੈਂਸ ਰੱਖੇ, ਸਹਿਜ ਵਿੱਚ ਰੱਖੇ, ਟਿਕਾਊ ਵਿੱਚ ਰੱਖੇ। ਮੈਂ ਸਹਿਜ ਦਾ ਵਪਾਰੀ ਹਾਂ, ਭਟਕਣਾ ਦਾ ਵਪਾਰੀ ਨਹੀਂ। ਮੈਂ ਉਛਲਣ ਵਾਲਾ ਵਪਾਰੀ ਨਹੀਂ, ਮੈਂ ਸਹਿਜ ਦਾ ਵਪਾਰੀ ਹਾਂ। ਬੈਲੈਂਸ ਵਿੱਚ ਰਹਿਣਾ, ਪੇਸ਼ੈਂਸ ਰੱਖਣੀ। ਦੁਕਾਨ ਤੇ ਜਾਓ ਨਾ, ਭਾਰਤ ਵਿੱਚ ਤਾਂ ਐਸਾ ਨਿਯਮ ਹੈ, ਇੱਥੇ ਤਾਂ ਕੁਝ ਹੋਰ ਸਿਸਟਮ। ਇੱਥੇ ਵੀ ਤੁਸੀਂ ਭਾਵੇਂ ਘੰਟਿਆਂ ਬੱਧੀ ਸਟੋਰ 'ਚ ਫਿਰੀ ਜਾਓ, ਅਗਲੇ ਤੁਹਾਨੂੰ ਬਾਹੋਂ ਫੜ ਕੇ ਬਾਹਰ ਨਹੀਂ ਕੱਢਦੇ ਵੀ ਤੂੰ ਕੁਝ ਜੇ ਖਰੀਦਣਾ ਨਹੀਂ ਤੇ ਕਾਹਦੇ ਲਈ ਭੀੜ ਪਾਈ ਹੈ। ਉਹ ਕਹਿੰਦੇ ਨੇ ਹੋ ਸਕਦਾ ਅਸੀਂ ਸਟੋਰ ਖੋਲ੍ਹਿਆ ਹੀ ਇਹਨਾਂ ਲੋਕਾਂ ਲਈ ਹੈ, ਇਹਨਾਂ ਨੂੰ ਪਸੰਦ ਆਉਂਦਾ ਤੇ ਖਰੀਦ ਲੈਣ, ਨਹੀਂ ਤਾਂ ਦੇਖ ਲੈਣ, ਹੋ ਸਕਦਾ ਕੱਲ੍ਹ ਨੂੰ ਕਿਤੇ ਆ ਜਾਣ, ਪਰਸੋਂ ਆ ਜਾਣ। ਪਰ ਜੇ ਸੋਚੋ ਜੇ ਹਰ ਇੱਕ ਨਾਲ ਕੌੜਾ ਬੋਲਣ ਤੇ ਉਹਨਾਂ ਦੇ ਸਟੋਰ 'ਚ ਜਾਏ ਕੌਣ? ਭਾਰਤ ਵਿੱਚ ਕੱਪੜਾ ਖਰੀਦਣ ਵਾਲੇ ਦੀ ਦੁਕਾਨ ਤੇ ਜਾਓ ਨਾ, ਤੁਹਾਡੇ ਸਾਹਮਣੇ ਥਾਨ ਸੁੱਟ ਕੇ ਢੇਰ ਲਾ ਦਿੰਦਾ। ਭਾਵੇਂ ਤੁਸੀਂ ਬਿਲਕੁਲ ਥੋੜਾ ਜਿਹਾ ਕੱਪੜਾ ਖਰੀਦਣਾ ਹੋਵੇ, ਪਰ ਤੁਹਾਨੂੰ ਵੈਰਾਈਟੀ ਪੂਰੀ ਵਿਖਾਉਂਦਾ। ਤੇ ਜੇ ਅਸੀਂ ਕਹੀਏ ਵੀ ਉਹ ਕੱਪੜਾ ਵਿਖਾਓ ਤੇ ਉਹ ਆਖੇ ਮੈਂ ਲਾ ਨਹੀਂ ਸਕਦਾ, ਬਾਅਦ 'ਚ ਮੈਨੂੰ ਰੱਖਣਾ ਪੈਣਾ ਹੈ, ਕੀ ਪਤਾ ਤੂੰ ਖਰੀਦਣਾ ਕਿ ਨਹੀਂ ਖਰੀਦਣਾ। ਤੇ ਜਿਹੜਾ ਇਸ ਤਰ੍ਹਾਂ ਦੀ ਕਾਹਲ ਕਰੇ, ਆਪਾਂ ਕਹਿੰਦੇ ਇਹਨੇ ਕੱਪੜਾ ਵੇਚਣਾ ਹੀ ਨਹੀਂ ਲੱਗਦਾ, ਇਹਦੀ ਆਦਤ ਹੀ ਵੇਚਣ ਵਾਲੀ ਨਹੀਂ ਲੱਗਦੀ। ਜਿਹੜਾ ਵਿਖਾਉਣਾ ਨਹੀਂ ਚਾਹੁੰਦਾ ਇਹ ਵੇਚੇਗਾ ਕਿ? ਪੇਸ਼ੈਂਸ ਨਹੀਂ ਇਹਦੇ ਅੰਦਰ। ਤਾਂ ਗੁਣਾਂ ਦਾ ਵਪਾਰ ਸਹਿਜ ਨਾਲ ਹੁੰਦਾ, ਪੇਸ਼ੈਂਸ ਨਾਲ, ਟਿਕਾਊ ਨਾਲ। ਸਹਿਜ ਕਰੋ ਵਪਾਰ। ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ। ਇਸੇ ਕਰਕੇ ਸਹਿਜ, ਪੇਸ਼ੈਂਸ ਸਦਕਾ, ਟਿਕਾਊ ਸਦਕਾ ਮੈਂ ਰੱਬੀ ਨਾਮ ਦਾ ਧਨ ਲੱਦ ਲਿਆ ਆਪਣੇ ਜੀਵਨ ਦੇ ਗੱਡੇ ਦੇ ਉੱਤੇ। ਸੰਸਾਰ ਨੇ ਕੀ ਲੱਦਿਆ? ਬਿਖ। ਬਿਖ ਦਾ ਮਤਲਬ ਹੈ ਜ਼ਹਿਰ। ਦੁਨੀਆ ਨੇ ਕ੍ਰੋਧ ਇਕੱਠਾ ਕੀਤਾ ਹੈ, ਹੰਕਾਰ ਇਕੱਠਾ ਕੀਤਾ ਹੈ, ਈਰਖਾ ਇਕੱਠੀ ਕੀਤੀ ਹੈ, ਭਟਕਣਾ ਇਕੱਠੀ ਕੀਤੀ ਹੈ, ਮੈਂ ਸਹਿਜ ਇਕੱਠਾ ਕੀਤਾ। ਇਹ ਫਰਕ ਹੈ ਮੇਰੇ ਵਿੱਚ ਤੇ ਸੰਸਾਰ ਦੇ ਲੋਕਾਂ ਵਿੱਚ। ਵਣਜ ਦੁਨੀਆ ਵੀ ਕਰ ਰਹੀ ਹੈ। ਫਰਮਾਉਂਦੇ ਹਨ, ਉਰਵਾਰ ਪਾਰ ਕੇ ਦਾਨੀਆਂ ਲੇਖ ਲੇਹੋ ਆਲ ਪਤਾਲ, ਮੋਹੇ ਜਮ ਡੰਡ ਨ ਲਾਗਈ ਤਜੀ ਲੈ ਸਰਬ ਜੰਜਾਲ। ਇੱਕ ਵਿਅੰਗਾਤਮਕ ਬੋਲ ਵੀ ਹੈ ਤੇ ਬੇਪਰਵਾਹੀ ਦੀ ਅਵਸਥਾ ਵਿੱਚੋਂ ਨਿਕਲਿਆ ਹੋਇਆ ਬੋਲ ਵੀ ਹੈ। ਬਿਲਕੁਲ ਨਿਰਭੈ ਅਵਸਥਾ 'ਚ, ਜਿੱਥੇ ਡਰ ਕੋਈ ਨਹੀਂ। ਸਾਡੇ ਪੱਲੇ ਪਾਪ ਨੇ, ਇਸ ਕਰਕੇ ਸੋ ਡਰਿਆ ਜੇ ਪਾਪ ਕਮਾਉਣ ਦਾ ਡਰ ਵੀ ਹੈ। ਮੌਤ ਦਾ ਡਰ ਹੈ, ਘਾਟੇ ਦਾ ਡਰ ਹੈ, ਲੇਖੇ ਦਾ ਡਰ ਹੈ। ਪਰ ਜਿੱਥੇ ਪਾਪ ਨਹੀਂ, ਧਰਮੀ ਵਿਗਸੇਤ ਹੈ, ਉੱਥੇ ਖੇੜਾ ਹੈ। ਉਰਵਾਰ ਪਾਰ ਕੇ ਦਾਨੀਆਂ ਮਤਲਬ ਹੁੰਦਾ ਉਰੇ ਪਰੇ ਦੀਆਂ ਲਿਖਣ ਵਾਲੇ। ਭਾਰਤੀ ਪਰੰਪਰਾ ਵਿੱਚ ਹੈ ਵੀ ਚਿੱਤਰਗੁਪਤ ਜੀਵ ਦਾ ਲੇਖਾ ਲਿਖਦੇ, ਉਹਦੇ ਚੰਗੇ ਮਾੜੇ ਕੰਮਾਂ ਦੀ ਸਾਰੀ ਵਹੀ ਖਾਤਾ ਬਣਾਉਂਦਾ। ਫਿਰ ਉਹ ਧਰਮਰਾਜ ਦੇ ਪੇਸ਼ ਕੀਤਾ ਜਾਂਦਾ। ਫਿਰ ਉਹਨੂੰ ਪੜ੍ਹ ਕੇ ਉਹ ਹਿਸਾਬ ਲਾਉਂਦਾ ਵੀ ਇਹਨੇ ਕੀ ਖੱਟਿਆ, ਕੀ ਕਮਾਇਆ, ਕੀ ਗਵਾਇਆ।
ਪਾਪ ਕਿੰਨੇ, ਗੁਨਾਹ ਕਿੰਨੇ, ਚੰਗਿਆਈ ਕਿੰਨੀ, ਉਹਦੇ ਹਿਸਾਬ ਨਾਲ ਫਿਰ ਉਹਦਾ ਅਗਲਾ ਫੈਸਲਾ ਹੁੰਦਾ। ਫੈਸਲੇ ਮੁਤਾਬਕ ਉਹਨੂੰ ਉਹ ਸਾਰਾ ਇੱਕ ਪ੍ਰੋਸੈਸ ਹੈ। ਇੱਥੇ ਭਗਤ ਜੀ ਬੜੀ ਬੇਪਰਵਾਹੀ ਨਿਰਭੈ ਅਵਸਥਾ 'ਚ ਆਖਦੇ ਨੇ, ਕਹਿੰਦੇ ਨੇ ਹੇ ਚਿੱਤਰਗੁਪਤੋ ਜੋ ਮਰਜ਼ੀ ਲਿਖ ਲਓ, ਜਾਓ, ਤੁਹਾਨੂੰ ਖੁੱਲੀ ਛੁੱਟੀ। ਆਲ ਪਤਾਲ ਦਾ ਮਤਲਬ ਹੁੰਦਾ ਉਲ ਜਲੂਲ ਲਿਖਣਾ। ਕੋਈ ਰਿਪੋਰਟ ਲੈਣ ਆਏ ਸਾਡੀ ਤੇ ਸਾਡੇ ਪੱਲੇ ਜੇ ਪਾਪ ਹੈ, ਆਪਾਂ ਉਹਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਾਂਗੇ, ਭਰਾਵਾ ਚੰਗਾ ਹੀ ਲਿਖੀ, ਤੇਰੀ ਰਿਪੋਰਟ ਤੇ ਫੈਸਲਾ ਹੋਣਾ। ਤੇ ਜੇ ਸਾਡਾ ਕਰਮ ਇੰਨਾ ਉੱਚਾ ਹੋਵੇ ਤੇ ਆਪਾਂ ਉਹਨੂੰ ਕਹਿੰਦੇ ਮੈਨੂੰ ਤੇਰੀ ਪਰਵਾਹ ਨਹੀਂ, ਮੈਨੂੰ ਸਾਰੀ ਦੁਨੀਆ ਜਾਣਦੀ ਹੈ, ਜਾਂ ਜੋ ਮਰਜ਼ੀ ਊਲ ਜਲੂਲ ਲਿਖ। ਉਹ ਕਹਿੰਦੇ ਨੇ ਭਗਤ ਰਵਿਦਾਸ ਜੀ ਕਹਿੰਦੇ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਜੋ ਮਰਜ਼ੀ ਊਲ ਜਲੂਲ ਲਿਖੋ। ਇਹ ਵਹੀਆਂ ਲਿਖਣ ਵਾਲਿਓ, ਲੋਕਾਂ ਦੇ ਕਹਿਣ ਮੁਤਾਬਕ ਮੋਹੇ ਜਮ ਡੰਡ ਨਾ ਲੱਗੇ, ਮੇਰੇ ਉੱਤੇ ਜਮ ਦਾ ਡੰਡਾ, ਜਮ ਦਾ ਡੰਡ, ਡੰਨ, ਦੁੱਖ ਨਹੀਂ ਲੱਗੇਗਾ। ਮੈਂ ਕਿਸੇ ਨੂੰ ਲੇਖਾ ਦੇਣਾ ਹੀ ਨਹੀਂ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਇਸ ਕਰਕੇ ਫਰਮਾਇਆ, ਕਹਿਣ ਲੱਗੇ ਤਜੀਲੇ ਸਰਬ ਜੰਜ, ਕਿਉਂਕਿ ਮੈਂ ਉਹ ਜੰਜਾਲ ਹੀ ਛੱਡ ਦਿੱਤੇ ਜਿਹੜੇ ਬੰਦੇ ਨੂੰ ਡਰ ਪੈਦਾ ਕਰਦੇ ਨੇ ਲੇਖੇ ਦਾ। ਫਿਰ ਫਰਮਾਇਆ ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ। ਸੰਸਾਰ ਉਹ ਕਰਮ ਕਰਦਾ ਹੈ ਜਿਵੇਂ ਕੁਸੁੰਭੇ ਦਾ ਕੱਚਾ ਰੰਗ ਹੁੰਦਾ ਹੈ, ਕਿਸੇ ਕੱਪੜੇ ਤੇ ਚਾੜਿਆ ਜਾਏ, ਸ਼ੋਖ ਰੰਗ ਹੈ, ਅੱਖਾਂ ਨੂੰ ਤਿੱਖਾ ਲੱਗਦਾ ਹੈ। ਕੁਸੁੰਭਾ ਇੱਕ ਫੁੱਲ ਹੈ, ਉਹਦਾ ਰੰਗ ਬੜਾ ਸ਼ੋਖ ਹੈ, ਪਰ ਹੱਥ ਲਾਓ ਤੇ ਨਾਲ ਹੀ ਉਤਰ ਜਾਂਦਾ। ਦੇਖਣ 'ਚ ਗੂੜਾ ਪਰ ਹੰਢਣਸਾਰ ਨਹੀਂ। ਸੰਸਾਰ ਦਾ ਐਸਾ ਰੰਗ ਹੈ, ਲੋਕਾਂ ਕੋਲ ਐਸੇ ਕੱਚੇ ਰੰਗ ਨੇ, ਬਣਾਵਟੀ ਜ਼ਿੰਦਗੀ ਹੈ, ਵਿਖਾਵੇਬਾਜ਼ ਜ਼ਿੰਦਗੀ ਹੈ, ਪਰ ਹੰਢਣਸਾਰ ਹੈ ਨਹੀਂ। ਸਾਡੇ ਕੋਲ ਖੁਸ਼ੀ ਤੇ ਹੈ, ਪਰ ਹੰਢਣਸਾਰ ਥੋੜੀ ਹੈ। ਸਾਡੇ ਕੋਲ ਧਰਮ ਤੇ ਹੈ, ਹੰਢਣਸਾਰ ਥੋੜੀ ਹੈ। ਹਰ ਚੀਜ਼ ਸਾਡੀ ਕਸੁੰਬੇ ਦੇ ਰੰਗ ਵਾਂਗ ਹੈ। ਤੈਸਾ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ, ਕਹੋ ਰਵਿਦਾਸ ਸ਼ਮਾਰ। ਕਬੀਰ ਜੀ ਆਖਦੇ ਨੇ ਮੈਂ ਚਮੜੇ ਦੀ ਕਿਰਤ ਕਰਨ ਵਾਲਾ ਇਨਸਾਨ, ਮੇਰੇ ਕੋਲ ਰੱਬੀ ਨਾਮ ਦਾ ਮਜੀਠ, ਮਜੀਠ ਇੱਕ ਜੜ ਹੈ। ਉਹ ਪੌਦੇ ਦੀ, ਬੂਟੀ ਦੀ ਜੜ ਜਿਹੜੀ ਹੈ, ਉਹਨੂੰ ਘੋਲ ਕੇ ਤੇ ਉਹਨੂੰ ਕੱਪੜੇ ਤੇ ਰੰਗ ਪਾ ਕੇ ਜਦੋਂ ਉਹਨੂੰ ਚਾੜਿਆ ਜਾਂਦਾ ਤੇ ਰੰਗ ਪੱਕਾ ਚੜ ਜਾਂਦਾ। ਉਹ ਰੰਗ ਉਤਰਨ ਨਹੀਂ ਦਿੰਦੀ, ਉਹਨੂੰ ਮਜੀਠ ਕਹਿੰਦੇ ਨੇ। ਭਾਵ ਪੱਕਾ ਹੰਢਣਸਾਰ ਰੰਗ। ਜਿਹੜਾ ਮੇਰੇ ਜੀਵਨ ਤੇ ਰੰਗ, ਮੇਰੇ ਰਮਈਏ ਪਰਮੇਸ਼ਰ ਅਕਾਲ ਪੁਰਖ ਸਰਵ ਵਿਆਪਕ ਪਰਮੇਸ਼ਰ ਦੇ ਗੁਣਾਂ ਦਾ, ਹੁਕਮ ਦਾ, ਯਾਦ ਦਾ, ਅਨੁਭਵ ਦਾ, ਅਹਿਸਾਸ ਦਾ ਰੰਗ ਹੈ, ਜਿਹੜਾ ਕਦੇ ਨਹੀਂ ਉਤਰਦਾ। ਉਹ ਬੜਾ ਹੰਢਣਸਾਰ ਹੈ। ਸਾਹਿਬ ਸਤਿਗੁਰੂ ਕਿਰਪਾ ਕਰਨ, ਇਸ ਮੁਬਾਰਕ ਸ਼ਬਦ ਦਾ ਭਾਵ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਗੁਰੂ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।